ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਤਿਸ ਬਾਪ ਕਉ ਕਿਉ ਮਨੋ ਵਿਸਾਰੀ, ਆਗੈ ਗਿਆ ਨਾ ਬਾਜੀ ਹਾਰੀ। ਮੋਈ ਮੇਰੀ ਮਾਈ ਹਉ ਖਰਾ ਸੁਖਾਲਾ, ਪਹਿਰੋ ਨਹੀਂ ਦਗਲੀ ਲੱਗੈ ਨਾ ਪਾਲਾ। ਰਹਾਉ ਬਲ ਤਿਸ ਬਾਪੈ ਜਿਨ ਹਉ ਜਾਇਆ, ਪੰਚਾਂ ਤੇ ਮੇਰਾ ਸੰਗ ਚੁਕਾਇਆ। ਪੰਚ ਮਾਰ ਪਾਵਾ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਭੀਨੇ। ਪਿਤਾ ਹਮਾਰੋ ਵੱਡ ਗੋਸਾਈ, ਤਿਸ ਪਿਤਾ ਪਹਿ ਹਉ ਕਿਉ ਕਰ ਜਾਈ। ਸਤਿਗੁਰ ਮਿਲੇ ਤਾ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਭਾਇਆ। ਹਉ ਪੂਤ ਤੇਰਾ ਤੂੰ ਬਾਪ ਮੇਰਾ, ਏਕੈ ਠਾਹਰ ਦੋਹਾਂ ਬਸੇਰਾ। ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋਂ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ, ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਭਗਤ ਕਬੀਰ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 476 ਦੇ ਉੱਪਰ ਸੁਭਾਏਮਾਨ ਹੈ। ਇਸ ਅੰਮ੍ਰਿਤ ਬਚਨ ਦੇ ਵਿੱਚ ਦੁਨਿਆਵੀ ਦੋ ਰਿਸ਼ਤਿਆਂ ਦਾ ਜ਼ਿਕਰ ਭਗਤ ਕਬੀਰ ਸਾਹਿਬ ਨੇ ਉਦਾਹਰਨ ਦੇ ਵਜੋਂ ਵਰਤਿਆ ਹੈ। ਉਹ ਦੋ ਰਿਸ਼ਤੇ ਨੇ ਜੀ, ਇੱਕ ਮਾਂ ਦਾ ਤੇ ਦੂਸਰਾ ਬਾਪ ਦਾ। ਇਹ ਰਿਸ਼ਤੇ ਵੇਖਣ ਨੂੰ ਦੋਵੇਂ ਦੁਨਿਆਵੀ ਨੇ, ਪਰ ਜਦੋਂ ਇਹਨਾਂ ਦੇ ਅਰਥ ਕਰਾਂਗੇ ਤੇ ਇਹਨਾਂ ਦੇ ਭਾਵ ਅਰਥ ਕੀਤੇ ਜਾਣਗੇ। ਅੱਜ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਬੜੀ ਕਿਰਪਾ ਪਰਮਾਤਮਾ ਦੀ ਹੋਈ, ਮੇਰੇ ਪਿਓ ਨੇ ਮੇਰੇ ਉੱਤੇ ਜਿਹੜਾ ਇਹ ਕੰਧ ਦੇ ਉੱਤੇ ਥਾਪਾ ਦੇ ਕੇ ਮੈਨੂੰ ਬੜਾ ਤਗੜਾ ਹੌਸਲਾ, ਬੜਾ ਤਗੜਾ ਦਿਲਾਸਾ ਦਿੱਤਾ। ਉਹ ਦਿਲਾਸਾ ਕੀ ਸੀ? ਕਹਿਣ ਲੱਗੇ ਉਹ ਦਿਲਾਸਾ ਸੀ ਅੰਮ੍ਰਿਤ ਨਾਮ ਦਾ। ਮੇਰੇ ਬਾਪ ਨੇ, ਮੇਰੇ ਪਿਤਾ ਨੇ ਮੇਰੇ ਮੁੱਖ ਦੇ ਵਿੱਚ ਅੰਮ੍ਰਿਤ ਨਾਮ ਜਿਹੜਾ ਸੀ ਉਹ ਟਿਕਾ ਦਿੱਤਾ। ਤੇ ਦੂਜੇ ਪਾਸੇ ਜਿਹੜੀ ਮੇਰੀ ਮਾਂ ਸੀ, ਕਹਿਣ ਲੱਗੇ ਉਹ ਮਰ ਗਈ। ਤੇ ਬੜਾ ਚੰਗਾ ਹੋਇਆ, ਕਹਿੰਦੇ ਜਦੋਂ ਦੀ ਮੇਰੀ ਮਾਂ ਮਰੀ ਹੈ ਮੈਂ ਉਦੋਂ ਦਾ ਸੌਖਾ ਹੋ ਗਿਆ। ਇਹ ਇਹਦੇ ਅੱਖਰੀ ਅਰਥ ਨੇ। ਭਗਤ ਸਾਹਿਬ ਜੀ ਕਹਿ ਰਹੇ ਨੇ, ਕਹਿਣ ਲੱਗੇ ਮੋਈ ਮੇਰੀ ਮਾਈ ਹਉ ਖਰਾ ਸੁਖਾਲਾ। ਮੋਈ ਦਾ ਅਰਥ ਹੈ ਮਰ ਜਾਣਾ, ਮਾਈ ਦਾ ਅਰਥ ਹੈ ਮਾਂ, ਖਰਾ ਦਾ ਅਰਥ ਹੈ ਚੰਗਾ, ਸੁਖਾਲਾ ਦਾ ਅਰਥ ਹੈ ਸੌਖਾ। ਕਹਿੰਦੇ ਜਿੱਦਣ ਦੀ ਮੇਰੀ ਮਾਂ ਮਰੀ ਹੈ ਨਾ, ਉਦੋਂ ਦਾ ਮੈਂ ਬੜਾ ਸੌਖਾ ਹੈਗਾ। ਕੋਈ ਮੈਨੂੰ ਉਦੋਂ ਦੀ ਟੈਨਸ਼ਨ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਕਿਉਂ? ਕਹਿਣ ਲੱਗੇ ਪਹਿਰੋਂ ਨਹੀਂ ਦਗਲੀ ਲੱਗੈ ਨਾ ਪਾਲਾ। ਦਗਲੀ ਕਹਿੰਦੇ ਨੇ ਕੋਟ ਨੂੰ, ਅੱਜ ਦੀ ਭਾਸ਼ਾ 'ਚ, ਪੁਰਾਣੀ ਭਾਸ਼ਾ 'ਚ ਅਰਥ ਕਰ ਲਈਏ ਕੋਈ ਕੰਬਲੀ ਟਾਈਪ, ਕੋਈ ਕੋਟ ਟਾਈਪ ਗਰਮ ਕੱਪੜਾ ਜਿਹੜਾ ਤਨ ਦੇ ਉੱਤੇ ਪਹਿਨਿਆ ਜਾਂਦਾ ਹੈ।
ਕਹਿਣ ਲੱਗੇ ਹੁਣ ਜਿੱਦਣ ਦੀ ਮੇਰੀ ਮਾਂ ਮਰੀ ਹੈ ਨਾ, ਉਦੋਂ ਦਾ ਨਾ ਤੇ ਮੈਂ ਤਨ ਦੇ ਉੱਤੇ ਗਰਮ ਕੱਪੜਾ ਦਗਲੀ ਪਾਉਣਾ ਤੇ ਨਾ ਹੀ ਜਿਹੜਾ ਏ ਉਹ ਮੈਨੂੰ ਪਾਲਾ, ਨਾ ਮੈਨੂੰ ਕੱਕਰ ਜਿਹੜਾ ਉਹ ਪਾਉਂਦਾ ਪਿਆ। ਇਹ ਅੱਜ ਦੇ ਸ਼ਬਦ ਦਾ ਅੰਤਰੀ ਭਾਵ ਹੈ। ਪਰ ਇੱਥੇ ਇੱਕ ਗੁਰਮੁਖੋ ਗੱਲ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਇਹੋ ਜਿਹੇ ਨੇ ਜਿਨ੍ਹਾਂ ਦੇ ਜਿੰਨਾ ਚਿਰ ਤੁਸੀਂ ਭਾਵ ਅਰਥ ਨਹੀਂ ਕਰੋਗੇ ਤੇ ਉਹਨਾਂ ਦੇ ਅੱਖਰੀ ਅਰਥ ਸਪਸ਼ਟ ਨਹੀਂ ਹੋ ਸਕਦੇ। ਇੱਕ ਮੈਂ ਬਚਨ ਭਗਤ ਕਬੀਰ ਸਾਹਿਬ ਦਾ ਉਦਾਹਰਨ ਵਜੋਂ ਤੁਹਾਡੇ ਨਾਲ ਸਾਂਝਾ ਕਰ ਦੇਣਾ। ਕਹਿਣ ਲੱਗੇ ਕਹੋ ਕਬੀਰ ਉਲਟੀ ਭਈ ਖੇਡ, ਲੈ ਲੈ ਕੋ ਚੁੰਗੈ ਨਿਤ ਭੇਡ। ਹੁਣ ਇਹ ਤੇ ਗੱਲ ਬੜੀ ਅਨੋਖੀ ਹੈ। ਅਸਲ ਦੇ ਵਿੱਚ ਭੇਡ ਨੂੰ ਜਿਹੜਾ ਉਹ ਲੇਲਾ ਚੁੰਗਦਾ ਹੈ, ਬੱਚੇ ਨੇ ਮਾਂ ਦਾ ਦੁੱਧ ਪੀਣਾ ਹੈ ਨਾ, ਪਰ ਭਗਤ ਕਬੀਰ ਸਾਹਿਬ ਕਹਿੰਦੇ ਇਹ ਉਲਟਾ ਹੋ ਗਿਆ। ਜਿੱਥੇ ਭੇਡ ਨੂੰ ਲੇਲੇ ਨੇ ਚੁੰਗਣਾ ਨਹੀਂ ਸੀ, ਉੱਥੇ ਲੇਲਾ ਜਿਹੜਾ ਉਹ ਭੇਡ ਜਿਹੜੀ ਹੈ ਲੇਲੇ ਨੂੰ ਚੁੰਗਦੀ ਪਈ ਹੈ। ਇਹ ਕੰਮ ਉਲਟਾ ਹੋ ਗਿਆ। ਇਸੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਨੇਕਾਂ ਬਚਨ ਨੇ, ਚਲੋ ਮੈਂ ਸਾਰੀਆਂ ਉਦਾਹਰਨਾਂ ਨਹੀਂ ਦੇਣੀਆਂ, ਜਿਨ੍ਹਾਂ ਦੇ ਜਿੰਨਾ ਚਿਰ ਤੱਕ ਅਸੀਂ ਭਾਵ ਅਰਥ ਨਹੀਂ ਕਰਾਂਗੇ ਉਹ ਅਰਥ ਸਪਸ਼ਟ ਨਹੀਂ ਹੋਣਗੇ। ਇੱਥੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਬੜਾ ਚੰਗਾ ਹੋਇਆ ਮੇਰੀ ਮਾਂ ਮਰ ਗਈ। ਇਹਦਾ ਭਾਵ ਇਹ ਕਿ ਭਗਤ ਕਬੀਰ ਸਾਹਿਬ ਦੀ ਮਾਂ ਦੇ ਨਾਲ ਨਹੀਂ ਸੀ ਬਣਦੀ। ਅਸਲ ਦੇ ਵਿੱਚ ਇੱਥੇ ਮਾਂ ਦਾ ਦੁਨਿਆਵੀ ਤੌਰ ਤੇ ਜ਼ਿਕਰ ਨਹੀਂ। ਇੱਥੇ ਦੋ ਸ਼ਬਦ ਨੇ, ਇੱਕ ਬਾਪ ਹੈ, ਇੱਕ ਮਾਂ ਹੈ। ਮਾਂ ਦਾ ਅਰਥ ਹੈ ਜੀ ਮਾਇਆ, ਬਾਪ ਦਾ ਅਰਥ ਹੈ ਪਿਤਾ। ਇਹ ਬਾਪ ਦਾ ਅਰਥ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਿਤਾ। ਜਿਵੇਂ ਇੱਕ ਭਗਤ ਨਾਮਦੇਵ ਜੀ ਦਾ ਬਚਨ ਆਉਂਦਾ, ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ। ਕਹਿਣ ਲੱਗੇ ਪਹਿਲ ਪੁਰਸਾ ਬਿਰਾ ਅਥੋਣ ਪੁਰਸਾ ਦਮਰਾ, ਅਸਗਾ ਅਸ ਉਸਕਾ ਹਰ ਕਾ ਬਾਗਰਾ ਨਾਚੈ ਪਿੰਦੀ ਮਹਿ ਸਾਗਰਾ। ਪਹਿਲ ਪੁਰਸਾ ਬਿਰਾ ਦਾ ਅਰਥ ਹੈ ਪਹਿਲਾਂ ਪਰਮਾਤਮਾ ਆਪਣੇ ਆਪ ਤੋਂ ਜਿਹੜਾ ਸੀ ਉਹ ਇੱਕ ਤੋਂ ਅਨੇਕ ਰੂਪ ਦੇ ਵਿੱਚ ਆਇਆ। ਪਰਮਾਤਮਾ ਨੇ ਆਪਣੇ ਤੋਂ ਮਾਇਆ ਰਚੀ। ਪਰਮਾਤਮਾ ਤੇ ਮਾਇਆ ਦੇ ਸੁਮੇਲ ਦੇ ਨਾਲ ਸੰਸਾਰ ਦੀ ਰਚਨਾ ਕੀਤੀ ਗਈ। ਇਹ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ। ਪਹਿਲ ਪੁਰਸਾ ਬਿਰਾ, ਪਹਿਲਾਂ ਪਰਮਾਤਮਾ ਪ੍ਰਗਟ ਹੋਇਆ। ਅਥੋਨ ਪੁਰਸਾ ਦਮਰਾ, ਦਮਰਾ ਦਾ ਅਰਥ ਹੈ ਮਾਇਆ। ਫਿਰ ਪਰਮਾਤਮਾ ਤੋਂ ਮਾਇਆ ਬਣੀ, ਜਾਂ ਇਉਂ ਕਹਿ ਲਈਏ ਪਰਮਾਤਮਾ ਨੇ ਮਾਇਆ ਰਚੀ। ਅਸਗਾ ਅਸ ਉਸਗਾ, ਪਰਮਾਤਮਾ ਤੇ ਮਾਇਆ ਦੇ ਸੁਮੇਲ ਦੇ ਨਾਲ ਹਰ ਕਾ ਬਾਗਰਾ ਨਾਚਿਆ ਪਿੰਦੀ ਮੈਂ ਸਾਗਰਾ। ਇਹ ਪਰਮਾਤਮਾ ਨੇ ਸੁੰਦਰ ਬਗੀਚਾ ਸੰਸਾਰ ਜਿਹੜਾ ਸੀ ਉਹ ਪੈਦਾ ਕਰਕੇ ਰੱਖ ਦਿੱਤਾ। ਸੋ ਇੱਥੇ ਵੀ ਇਹੋ ਰੂਲ ਜਿਹੜਾ ਫਿੱਟ ਹੋਵੇਗਾ। ਇੱਥੇ ਬਾਪ ਦਾ ਅਰਥ ਕਰਾਂਗੇ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ, ਤੇ ਮਾਂ ਦਾ ਅਰਥ ਕਰਾਂਗੇ ਮਾਇਆ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੀ ਜਿਹੜੀ ਮੇਰੀ ਇਹ ਮਾਂ ਸੀ, ਭਾਵ ਜਿਹੜੀ ਮਾਇਆ ਹੈ, ਜਿੱਦਣ ਦਾ ਮੈਂ ਮਾਇਆ ਦਾ ਖਹਿੜਾ ਛੱਡਿਆ ਹੈ ਨਾ, ਉਦੋਂ ਦਾ ਬੜਾ ਸੌਖਾ ਹੋ ਗਿਆ ਹੈ। ਤੇ ਕਿਉਂ ਹੋਇਆ? ਕਹਿਣ ਲੱਗੇ ਨਾ ਤੇ ਮਾਇਆ ਦੇ ਕਾਰਨ ਮੈਨੂੰ ਤਨ ਦੇ ਉੱਤੇ ਜਿਹੜਾ ਹੈ ਉਹ ਗਰਮ ਕੱਪੜੇ ਪਾਉਣੇ ਪੈਣਗੇ, ਨਾ ਹੀ ਮੈਨੂੰ ਪਾਲਾ ਲੱਗਣਾ। ਇਹਨੂੰ ਪੰਕਤੀ ਨੂੰ ਵੀ ਸਮਝਣਾ ਪਵੇਗਾ। ਪਹਿਰੋ ਨਹੀਂ ਦਗਲੀ, ਦਗਲੀ ਦਾ ਅਰਥ ਮੈਂ ਕੀਤਾ ਹੈ ਗੁਰਮੁਖੋ ਗਰਮ ਕੱਪੜਾ, ਕੋਟ ਟਾਈਪ। ਭਾਵ ਅਰਥ ਕਰਾਂਗੇ ਆ ਦੇ ਆ ਸਰੀਰ। ਇਹਦਾ ਭਾਵ ਜਦੋਂ ਮਾਇਆ ਦੇ ਨਾਲੋਂ ਖਹਿੜਾ ਛੁੱਟ ਜਾਏਗਾ ਨਾ, ਤੇ ਮੈਂ ਮਨੁੱਖਾ ਜਨਮ ਦੇ ਵਿੱਚ ਨਹੀਂ ਆਵਾਂਗਾ, ਮਨੁੱਖਾ ਜਾਮਾ ਧਾਰਨ ਨਹੀਂ ਕਰਾਂਗੇ। ਜੇ ਮਨੁੱਖਾ ਜਾਮਾ ਧਾਰਨ ਨਾ ਕੀਤਾ, ਲੱਗਿਆ ਨਾ ਪਾਲਾ। ਪਾਲਾ ਦਾ ਅਰਥ ਹੈ ਠੰਡ, ਕੱਕਰ। ਭਾਵ ਅਰਥ ਕਰਾਂਗੇ ਜਮ ਦੰਡ, ਭਾਵ ਉਹ ਜਮਾਂ ਦੇ ਕੋਲੋਂ ਸਜ਼ਾ ਜਿਹੜੀ ਮਨੁੱਖਾ ਦੇਹੀ ਦੇ ਵਿੱਚ ਗੁਨਾਹ ਕਰਕੇ ਮਿਲਦੀ ਹੈ। ਕਹਿੰਦੇ ਜਦੋਂ ਦਾ ਮੈਂ ਮਾਇਆ ਦਾ ਸਾਥ ਛੱਡਿਆ ਹੈ, ਪਰਮਾਤਮਾ 'ਚ ਅਭੇਦ ਹੋਇਆ ਹੈ, ਬੜਾ ਚੰਗਾ ਹੋਇਆ ਮਾਂ ਜਿਹੜੀ ਸੀ ਮਾਇਆ ਰੂਪੀ ਮੇਰੀ ਮਰ ਗਈ। ਨਾ ਮੈਂ ਮਨੁੱਖਾ ਜਨਮ ਲੈ ਕੇ ਆਵਾਂਗਾ ਤੇ ਨਾ ਹੀ ਮੈਨੂੰ ਜਮਾਂ ਦਾ ਕੋਈ ਡਰ ਰਹਿਣਾ। ਮੈਨੂੰ ਹੁਣ ਜਮ ਸਤਾ ਨਹੀਂ ਸਕਣਗੇ। ਕਿਉਂ? ਕਿਉਂਕਿ ਮੇਰਾ ਬਾਪ ਜਿਹੜਾ ਉਹ ਪਰਿਪੂਰਨ ਪਰਮਾਤਮਾ ਬਣ ਚੁੱਕਾ ਹੈ। ਸੋ ਇਹ ਅੱਜ ਦੇ ਸ਼ਬਦ ਦਾ ਅੰਤਰੀ ਭਾਵ ਹੈ। ਆਰੰਭ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਆਸਾ, ਆਸਾ ਰਾਗ ਹੈ ਜੀ। ਅੱਗੇ ਬਖਸ਼ਿਸ਼ ਕਰਦੇ ਨੇ, ਕਹਿਣਗੇ ਬਾਪ ਦਿਲਾਸਾ ਮੇਰੋ ਕੀਨਾ। ਕਹਿੰਦੇ ਮੇਰੇ ਬਾਪ ਨੇ, ਦਿਲਾਸਾ ਦਾ ਅਰਥ ਹੁੰਦਾ ਹੌਸਲਾ। ਕਹਿੰਦੇ ਮੇਰੇ ਬਾਪ ਨੇ ਮੈਨੂੰ ਬੜਾ ਤਗੜਾ ਦਿਲਾਸਾ ਦਿੱਤਾ ਹੈ। ਉਹ ਕੀ ਹੈ? ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਕਹਿੰਦੇ ਜਦੋਂ ਦਾ ਮੇਰੇ ਪਿਤਾ ਨੇ, ਮੇਰੇ ਬਾਪ ਨੇ ਮੁਖ ਦੇ ਵਿੱਚ ਮੇਰੀ ਰਸਨਾ ਦੇ ਉੱਤੇ ਆਪਣਾ ਨਾਮ ਟਿਕਾਇਆ ਹੈ ਨਾ, ਉਦੋਂ ਦੇ ਹਿਰਦੇ ਰੂਪੀ ਸੇਜ ਜਿਹੜੀ ਉਹ ਮੇਰੀ ਬੜੀ ਸੌਖਾਲੀ ਹੋ ਗਈ ਹੈ। ਭਾਵ ਮੇਰਾ ਜ਼ਿੰਦਗੀ ਦਾ ਆਰਾਮ ਜਿਹੜਾ ਉਹ ਬਹੁਤ ਵਧੀਆ ਹੋ ਰਿਹਾ ਹੈ। ਬੜੇ ਸੌਖੇ ਤਰੀਕੇ ਨਾਲ ਮੈਂ ਜ਼ਿੰਦਗੀ ਜਿਹੜੀ ਉਹ ਜੀ ਰਿਹਾ ਹਾਂ। ਪਰ ਇੱਥੇ ਇੱਕ ਗੱਲ ਦੁਨਿਆਵੀ ਤੌਰ ਤੇ ਵੀ ਯਾਦ ਰੱਖਿਓ, ਜ਼ਿੰਦਗੀ ਦੇ ਵਿੱਚ ਦੋ ਰਿਸ਼ਤੇ ਨੇ। ਭਾਵੇਂ ਅੱਜ ਇੱਥੇ ਮਾਂ ਬਾਪ ਦੀ ਗੱਲ ਰੂਹਾਨੀਅਤ ਦੀ ਕੀਤੀ ਹੈ, ਪਰ ਮੈਂ 1 ਮਿੰਟ ਮੇਰੇ ਮਨ 'ਚ ਸੀ ਕਹਿ ਕੇ ਅੱਗੇ ਚੱਲਾਂ। ਇੱਕ ਬਾਪ ਦਾ ਰਿਸ਼ਤਾ ਹੈ, ਇੱਕ ਮਾਂ ਦਾ ਰਿਸ਼ਤਾ ਹੈ। ਜਿਸ ਦਿਨ ਸੰਸਾਰ ਦੇ ਉੱਤੋਂ ਜੀਵ ਦਾ ਬਾਪ ਚੜ੍ਹਾਈ ਕਰਦਾ ਹੈ ਨਾ, ਉਸ ਦਿਨ ਇਉਂ ਪ੍ਰਤੀਤ ਹੁੰਦਾ ਕਿ ਅੱਜ ਮੇਰੇ ਸਿਰ ਤੋਂ ਅਸਮਾਨ ਖਤਮ ਹੋ ਗਿਆ। ਜਿਸ ਦਿਨ ਮਾਂ ਸਾਥ ਛੱਡਦੀ ਹੈ ਨਾ,
उस दिन इउं प्रतीत हुंदा कि सारे रिश्ते खत्म हो गए ने। ये दो रिश्ते इहो ਜਿਹੇ ने माँ बाप दे, याद रखियो, जिन्हां दे नाल सारी दुनिया अपनी लगती है। जिस दिन ये दोवें मनुख तो दूर चले जाते हैं फिर सारे ही बगाने लगते हैं। ये रिश्ते ही इदां दे ने। गुरु ग्रंथ साहिब महाराज जी की बाणी दे विच परमात्मा नूं बाप कह के बहुत वार पुकार की हुई है। उहदा एक कारण है, तुसी देखो बच्चा जिहड़ा है जदों तो उहदा जन्म हुंदा है ते जिन्ना चिर तक उहदा माँ बाप जीउंदा है वो सारी उम्र भावें 50-70 साल की क्यों ना हंडाल आवे, जे माँ बाप जीउंदा ते माँ बाप दे भाणे अपना जिहड़ा धी जां पुत्त वो अजे भी बच्चा ही रहिंदा है। माँ बाप के मुताबिक जिहड़े बच्चे ने वो बच्चे ने भावें आप हानी हो जाण, ब्याहे जान, अगे पढ़ पै जावे, दादे परदादे क्यों ना बन जाण। ये बड़ा प्यारा रिश्ता एक बाप दा ते माँ दा। इस रिश्ते दे विच याद रखियो ना तो कोई लामा रहिंदा, ना कोई गिला ते ना कोई शिकवा रहिंदा। मैं सिर्फ यो बेनती करना चाहुंदा कि भगत कबीर साहब ने परमात्मा नूं बाप क्यों कहा। एक इन्हां दा ही बचन मैं पढ़ लवां, बड़ा सौखा रहेगा। कहने लगे सुत अपराध करत हैं जेते, सुत कहंदे ने पुत्तर नूं, अपराध अर्थ है गलतियां। कहंदे जिवें एक बच्चा बड़ियां गलतियां करदा है ना, जननी चीत ना राखस ते जननी कहंदे ने मां नूं, मां कदी अपने बच्चे दीयां गलतियां नीजे च तारदी। बच्चा अत दा नखिद्ध होवे, अत दा वेलड़ होवे, पर माँ बाप के हिसाब के नाल वो अजे भी राजकुमार ही हुंदा है। सुत अपराध करत हैं जेते, जननी चीतना राखस तेते, राम मैया हाँ बारिक तेरा। भगत कबीर साहब कह लगे हे प्रभु जी मैं तेरा बच्चा हाँ। जिमें एक माँ एक बाप अपने बच्चे दीयां गलतियां नहीं ना चितारदा, ते तू मेरियां गलतियां कातों चितारदा, काहे ना खंडस अवगुण मेरा, तू मेरा अवगुण क्यों नहीं भुलदा पिया, मेरे अंदरों अवगुणों नूं क्यों नहीं मिटाउंदा पिया। मेरे कहण दा भाव गुरमुखो, जिवें बच्चा किन्नियां ही क्यों ना गलतियां करे, माँ बाप बच्चे दीयां गलतियां ते पर्दा पा के उहनूं सीने दे नाल ला लैंदे ने। जिहड़ा जग्यासू परमात्मा दे चरनां दे नाल जुड़ जांदा है, वो जग्यासू दा जीवन जिन्ना मर्जी नखिद्ध होवे, परमात्मा उहदियां गलतियां ते पर्दा पा के उहनूं चरनां दे नाल मिला लैंदा है। इस करके गुरु ग्रंथ साहिब दे विच तकरीबन जिहड़ा शब्द है वो बाप बहुत वारी वरतिया गया है। असी एक बचन अरदास च भी पढ़ते हैं कि तू ठाकुर तुम पह अरदास जियो, पिंड सब तेरी रास, तुम मात पिता हम बारक तेरी। असी तेरे बच्चे हाँ, तू मेरी माँ है, तू मेरा बाप है। अनेका बचन ने गुरदेव माता गुरदेव पिता, तू मेरी माँ है, तू ही मेरा गुरदेव ही मेरे बाप ते मेरी माँ का रूप है। सो इत्थे भगत कबीर साहब जो मैं पढ़ रहा सी ना, मेरे मन च आया कि बच्चा जिहड़ा हुंदा है ना, देखो मैं पिछले दिनों एक बेनती की सी ते 3 चीज़ां ने, एक मोह है, एक प्यार है, एक लाड है। लागे लागे दी 3 चीज़ां ने पर फर्क है। मोह उन्हां नाल पैदा हुंदा जिहड़े तुहानूं अपने लगदे ने। बच्चे दा माँ दे नाल, परिवार दे नाल साडा सारिआं दा बड़ा मोह है। मोह तो अगला स्टैप हुंदा है प्यार दा, जिहदे नाल मोह हो जे वो दोवें पासे मोह पैदा हो जाए फिर वो मोह प्यार दा रूप धारण कर जांदा है। प्यार जिहड़ा है वो दोवां दे विच है, पर प्यार तो अगली जिहड़ा रूप है जो प्यार अत दा सिरे ते चढ़ जाए वो रूप धारण कर जांदा जी लाड दा। लाड ते प्यार दे विच बहुत अंतर है। एक बाप एक माँ अपने बच्चे नूं प्यार करदी है, बच्चा जवान है, पर याद रखियो वो बच्चे दे नाल कोई भी गल करनगे उस सलीके दे नाल कीती जाएगी। साडा भैन भरावां रिश्तेदारां दे नाल प्यार इस सलीके नाल वरतिया जाएगा। पर जिथे बच्चे का माँ बाप के नाल लाड है उत्थे कोई रूल नहीं फिट हुंदा। मैं पिछले समय भी कहा सी, कई बारी वेख्या होना तुसी दादी दादियां दे मोढियां ते छोटे छोटे धियां पुत्त जिहड़े ने पोतरे पोतरियां मोढियां ते चढ़ के नचदे ने। जिहड़े बाप ने कदी अपनी पग नूं नहीं सी हत्थ किसी नूं पाउण दित्ता, उही छोटा जिहा पोतरा हुंदा मोढे ते चढ़ के उहदी फड़ के पग हिला रहा हुंदा। वो की है, कदे माँ के ढिड ते भुड़कदा है, कदे बाप के ढिड ते भुड़कदा है, कदी दादे ते भुड़कदा। वो की है, वो लाड है। लाड दे विच माँ भी तोतली हो जाती है, बाप भी तोतला हो जाता है, दादी दादा भी तोतले होकर बच्चे नूं पुकारदे ने, क्योंकि उन्हां दे विच लाड है। गुरु ग्रंथ साहिब कहंदा जिवें एक बच्चे दे नाल परिवार लाड करदा है, वो नहीं देखदा समा किहो जिहा है, वो नहीं देखते दिन है कि रात है, वो नहीं देखते लागे कोई बैठा या नहीं बैठा। माँ बाप बच्चे दे लाड दे विच एक मिक हो जाते हैं। तू गुरु दे नाल लाड दे विच एक मिक हो जा, तैनूं पता ही ना लगे समा किहड़ा चलदा पिया है। ये असीं बचन पढ़दे आ, तेरे भरोसे प्यारे मैं लाड लडाया। जो परमात्मा नाल लाड लडाओगे ना, उदों कोई कंडीशन नहीं, उदों कोई रूल नहीं रहना, उदों केवल तो केवल लाड है। तो लाड दे विच ही आनंद है। जो असीं बच्चों नूं फड़दे हैं ना,
ਅੱਜ ਆਮ ਜਦੋਂ ਬੱਚੇ ਨੂੰ ਖਿਡਾਇਆ ਜਾਂਦਾ ਤੇ ਚਿੱਤ ਨਹੀਂ ਕਰਦਾ ਬੱਚੇ ਨੂੰ ਛੱਡਣ ਨੂੰ, ਪਿਆਰ ਪੈ ਗਿਆ ਨਾ, ਲਾਡ ਹੈ। ਤੇ ਜਿੱਦਣ ਤੁਹਾਡਾ ਪ੍ਰਮਾਤਮਾ ਦੇ ਨਾਲ ਲਾਡ ਲੜ ਗਿਆ ਨਾ, ਪਿਆਰ ਪੈ ਗਿਆ, ਉਸ ਦਿਨ ਪ੍ਰਮਾਤਮਾ ਦੀ ਗੋਦ ਤੋਂ ਦੂਰ ਹੋਣ ਨੂੰ ਚਿੱਤ ਨਹੀਂ ਕਰੇਗਾ। ਅੱਜ ਭਗਤ ਕਬੀਰ ਸਾਹਿਬ ਜੀ ਕਹਿ ਰਹੇ, ਕਹਿਣਗੇ ਬਾਪ ਦਿਲਾਸਾ ਮੇਰੋ ਕੀ ਨਾ, ਮੇਰੇ ਬਾਪ ਨੇ ਮੈਨੂੰ ਦਿਲਾਸਾ ਦਿੱਤਾ। ਤੇ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਜਦੋਂ ਪਿਓ ਮੋਢੇ ਤੇ ਹੱਥ ਰੱਖ ਦੇਵੇ ਨਾ ਤੇ ਪੁੱਤ ਜੋ ਮਰਜ਼ੀ ਕਰ ਆਵੇ, ਪਿਓ ਕਹਿੰਦਾ ਮੈਂ ਤੇਰੇ ਮੋਢੇ ਤੇ ਖਲੋਤਾ, ਤੇ ਪੁੱਤ ਆਪਣੇ ਸਾਰੇ ਦੇ ਸਾਰੇ ਦੁੱਖ ਭੁੱਲ ਜਾਂਦਾ ਜੀ। ਪੁੱਤ ਮੰਨ ਲਓ ਕੋਈ ਨੁਕਸਾਨ, ਭਾਰੀ ਨੁਕਸਾਨ ਵੀ ਕਰਕੇ ਆ ਜੇ ਨਾ, ਕੋਈ ਗਲਤੀ ਕਰਕੇ ਆ ਜੇ ਜਿਹੜੀ ਮਾफ़ ਨਹੀਂ ਕੀਤੀ ਜਾ ਸਕਦੀ, ਤੇ ਜਿਹਦਾ ਪਿਓ ਮਗਰ ਸਟੈਂਡ ਵਾਲਾ ਹੈ ਨਾ, ਪਿਓ ਕਹਿ ਦਿੰਦਾ ਪੁੱਤ ਜਿੰਨਾ ਚਿਰ ਮੈਂ ਜਿਉਂਦਾ ਤੇਰੀ ਵਾਹ ਵੱਲ ਵੀ ਕੋਈ ਨਹੀਂ ਵੇਖ ਸਕਦਾ। ਸੱਚੀ ਗੱਲ ਹੈ, ਪੁੱਤ ਵੱਲ ਧੀ ਵੱਲ ਕਿੰਨੇ ਲੋਕ ਕਿਉਂ ਨਾ ਆਉਣ, ਬਾਪ ਕਹਿੰਦਾ ਮੇਰੇ ਬੱਚੇ ਤੂੰ ਹੱਥ ਲਾਉਣ ਤੋਂ ਪਹਿਲਾਂ ਮੇਰੇ ਨਾਲ ਗੱਲ ਕਰ ਲੈ। ਇਹ ਬਾਪ ਦਾ ਥਾਪੜਾ ਬਹੁਤ ਜਿਹੜੇ ਅਹਿਮੀਅਤ ਰੱਖਦਾ, ਬੜੇ ਅਰਥ ਰੱਖਦਾ ਡੂੰਘੇ। ਅੱਜ ਸਾਡੇ ਕੋਲੋਂ ਇਹ ਚੀਜ਼ਾਂ ਗਵਾਚਦੀਆਂ ਜਾਂਦੀਆਂ ਨੇ, ਨਾ ਅਸੀਂ ਮਾਂ ਦੇ ਪੈਰੀ ਹੱਥ ਲਾਉਂਦੇ ਆ, ਨਾ ਬਾਪ ਦੇ ਲਾਉਂਦੇ, ਨਾ ਉਹਨੂੰ ਉਹ ਸਾਨੂੰ ਥਾਪੜਾ ਦਿੰਦੇ ਨੇ। ਪਰ ਯਾਦ ਰੱਖਿਓ, ਜਿਹਨੂੰ ਮਾਂ ਬਾਪ ਦਾ ਥਾਪੜਾ ਮਿਲ ਜਾਂਦਾ ਹੈ ਨਾ, ਉਹ ਦੁਨੀਆ ਦੇ ਵਿੱਚ ਕਿਸੇ ਦੇ ਨਾਲ ਵੀ ਲੜ ਸਕਦਾ ਜੇ, ਕੋਈ ਵੀ ਮੁਕਾਬਲਾ ਕਰ ਸਕਦਾ ਹੈ। ਜਿਸ ਦਿਨ ਮਾਂ ਬਾਪ ਨੇ ਹੱਥ ਪਿੱਛੇ ਖਿੱਚ ਲਿਆ ਨਾ, ਉਸ ਦਿਨ ਤੁਹਾਡੇ ਆਪਣੇ ਹੀ ਜਿਹੜੇ ਸਾਥ ਛੱਡਦੇ ਨੇ, ਆਪਣੇ ਹੀ ਬੇਗਾਨੇ ਹੋਣ ਲੱਗ ਪੈਣਗੇ। ਹੁਣ ਇੱਥੇ ਬਾਪ ਦੇ ਅਰਥ ਰੂਹਾਨੀਅਤ ਕਰਨੇ ਨੇ, ਪਰ ਮੈਂ ਇਹ ਉਦਾਹਰਨ ਤਾਂ ਦਿੱਤੀ ਸਮਝਣ ਵਾਸਤੇ, ਜੇ ਇੱਕ ਦੁਨਿਆਵੀ ਬਾਪ ਸਾਡੇ ਮੋਢੇ ਤੇ ਹੱਥ ਰੱਖ ਦੇਵੇ, ਥਾਪੜਾ ਦੇ ਦੇਵੇ, ਬੰਦਾ ਫੁੱਲਿਆ ਨਹੀਂ ਸਮਾਉਂਦਾ। ਜਿਹਦੇ ਮੋਢੇ ਤੇ ਜਿਹਨੂੰ ਦਿਲਾਸਾ, ਜਿਹਨੂੰ ਹੌਸਲਾ ਪ੍ਰਮਾਤਮਾ ਦੇ ਦੇਵੇ, ਉਹਦੀ ਅਵਸਥਾ ਕੀ ਹੋਵੇਗੀ ਫਿਰ। ਭਗਤ ਕਬੀਰ ਸਾਹਿਬ ਕਹਿੰਦੇ ਬਾਪ ਦਿਲਾਸਾ ਮੇਰੋ ਕੀ ਨਾ, ਮੇਰੇ ਬਾਪ ਨੇ ਮੈਨੂੰ ਦਿਲਾਸਾ ਦਿੱਤਾ, ਹੌਸਲਾ ਦਿੱਤਾ, ਥਾਪੜਾ ਦਿੱਤਾ ਕਿ ਘਬਰਾ ਨਾ ਕਬੀਰ, ਤੇਰੇ ਮਗਰ ਮੈਂ ਖਲੋਤਾ ਹੋਇਆ। ਸੱਚੀ ਗੱਲ ਹੈ, ਜਿਸ ਵੇਲੇ ਭਗਤ ਕਬੀਰ ਸਾਹਿਬ ਨੂੰ ਪ੍ਰਮਾਤਮਾ ਨੇ ਦਿਲਾਸਾ ਦਿੱਤਾ ਤੇ ਭਗਤ ਕਬੀਰ ਉੱਤੇ ਜ਼ੁਲਮ ਕਰਨ ਵਾਲਿਆਂ ਲੋਕਾਂ ਨੇ ਇੰਤਹਾ ਕਰ ਦਿੱਤੀ, ਪਰ ਦਿੱਤਾ ਹੋਇਆ ਪ੍ਰਮਾਤਮਾ ਦਾ ਦਿਲਾਸਾ ਭਗਤ ਕਬੀਰ ਨੂੰ ਡੁਲਾ ਨਾ ਸਕਿਆ। ਸੋ ਰੋ ਵਿਚਾਰ ਕਹਿਣਗੇ ਬਾਪ ਦਿਲਾਸਾ ਮੇਰੋ ਕੀਨਾ ਸੇਜ ਸੁਖਾਲੀ। ਹੁਣ ਜਦੋਂ ਪਿਓ ਮਗਰ ਖਲੋਤਾ ਹੋਵੇ, ਬੱਚਾ ਕਦੀ ਦੁਖੀ ਹੋਵੇਗਾ? ਬੱਚੇ ਨੂੰ ਪਤਾ ਕਿ ਮੈਂ ਕੋਈ ਵੀ ਚੀਜ਼ ਲੈਣੀ ਹੈ ਨਾ, ਮੈਨੂੰ ਮਿਹਨਤ ਕਰਨ ਦੀ ਲੋੜ ਨਹੀਂ, ਮੈਂ ਮਾਂ ਨੂੰ ਆਖਾਂਗਾ, ਬਾਪ ਨੂੰ ਕਹਾਂਗਾ, ਮੇਰੀ ਡਿਮਾਂਡ ਪੂਰੀ ਹੋ ਜਾਂਦੀ ਹੈ। ਆ ਮੰਨ ਲਓ ਬਰਸਾਤ ਦੇ ਮੌਸਮ ਚੱਲ ਰਹੇ ਨੇ ਨਾ, ਇੱਥੋਂ ਅਸੀਂ ਘਰਾਂ ਨੂੰ ਜਾਣਾ, ਮੈਂ ਵੀ ਕਥਾ ਕਰਕੇ ਘਰ ਜਾਣਾ ਹੈ। ਹੋ ਸਕਦਾ ਕਈਆਂ ਘਰਾਂ ਦੇ ਵਿੱਚ ਬਿਸਤਰੇ ਗਿੱਲੇ ਹੋਣ, ਮੀਂਹ ਆ ਜਾਂਦਾ, ਕਈ ਭੇਜ ਸਕਦੇ ਨੇ, ਪਰ ਸਾਨੂੰ ਇੰਨਾ ਕੁ ਪਤਾ ਹੈ ਘਰ 'ਚ ਮਾਂ ਬੈਠੀ ਹੈ, ਬਾਪ ਬੈਠਾ ਹੈ, ਜਾ ਕੇ ਸਾਨੂੰ ਆਰਾਮ ਦੇ ਨਾਲ ਬਿਸਤਰਾ ਮਿਲ ਜਾਣਾ, ਆਰਾਮ ਦੇ ਨਾਲ ਅਸੀਂ ਸੌਂ ਜਾਣਾ ਹੈ। ਸਾਡੇ ਸਾਰਿਆਂ ਦੇ ਨਾਲ ਇਦਾਂ ਹੈ। ਇਹ ਕੀ ਅਵਸਥਾ, ਇੱਕ ਜਿਹੜੀ ਵੀ ਚੀਜ਼ ਦੀ ਲੋੜ ਹੈ ਨਾ, ਮਾਂ ਬਾਪ ਦੇ ਹੁੰਦੇ, ਤੁਹਾਨੂੰ ਜ਼ਿੰਦਗੀ 'ਚ ਕੋਈ ਮੁਸ਼ਕਲ ਨਹੀਂ। ਹੁਣ ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਬਾਪ ਨੇ ਜਦੋਂ ਮੇਰੇ ਤੇ ਹੱਥ ਰੱਖਿਆ, ਮੈਨੂੰ ਥਾਪੜਾ ਦਿੱਤਾ, ਸੇਜ ਸੁਖਾਲੀ। ਸੇਜ ਦਾ ਅਰਥ ਹੈ ਵਿਛਾਉਣਾ, ਬਿਸਤਰਾ ਜਿੱਤੇ ਆਰਾਮ ਕਰਨਾ, ਭਾਵ ਅਰਥ ਕਰਾਂਗੇ ਜ਼ਿੰਦਗੀ ਰੂਪੀ ਸੇਜ। ਕਹਿੰਦੇ ਮੇਰੀ ਜ਼ਿੰਦਗੀ ਸੌਖੀ ਹੋ ਗਈ। ਕਦੋਂ? ਮੁਖ ਅੰਮ੍ਰਿਤ ਜੀਨਾ, ਜਦੋਂ ਉਹਨੇ ਅੰਮ੍ਰਿਤ ਰੂਪੀ ਨਾਮ ਜਿਹੜਾ ਮੇਰੇ ਮੁਖ ਦੇ ਵਿੱਚ ਪਾ ਦਿੱਤਾ, ਉਹ ਅੰਮ੍ਰਿਤ ਨਾਮ ਹਿਰਦੇ 'ਚ ਟਿਕ ਗਿਆ, ਜਿਸ ਨਾਮ ਨੂੰ ਜਪਣ ਦੇ ਨਾਲ ਜਮਾ ਦਾ ਦੁਨਿਆਵੀ ਦੁੱਖਾਂ ਕਲੇਸ਼ਾਂ ਦਾ ਡਰ ਹੀ ਖਤਮ ਹੋ ਗਿਆ। ਉਹ ਨਾਮ ਦੇ ਦਿੱਤਾ। ਅੱਗੇ ਕਹਿਣਗੇ ਤਿਸ ਬਾਪ ਕਉ ਕਿਉਂ ਮਨੋ ਵਿਸਾਰੀ। ਕਹਿੰਦੇ ਭਲਿਆ ਮੈਨੂੰ ਦੱਸ, ਜਿਸ ਬਾਪ ਨੇ ਇੰਨੀ ਸੌਖੀ ਜ਼ਿੰਦਗੀ ਕੀਤੀ ਹੋਵੇ, ਮੈਂ ਉਸ ਬਾਪ ਨੂੰ ਭਲਾ ਕਿਉਂ ਭੁੱਲਾਂ। ਇਸ ਬੇਨਤੀ ਵੱਲ ਧਿਆਨ ਦਿਓ। ਅੱਜ ਸਾਨੂੰ ਬਾਰ-ਬਾਰ ਕਹਿਣਾ ਪੈਂਦਾ ਕਿ ਤੂੰ ਪ੍ਰਮਾਤਮਾ ਦਾ ਨਾਮ ਜਪ, ਅੱਜ ਬਾਰ-ਬਾਰ ਕਹਿਣਾ ਪੈਂਦਾ ਕਿ ਤੂੰ ਉੱਠ ਕੇ ਸਿਮਰਨ ਕਰ, ਬਾਣੀ ਪੜ੍ਹ। ਉਹਦਾ ਕਾਰਨ ਹੈ ਸਾਡੀ ਸੁਰਤ ਪ੍ਰਮਾਤਮਾ ਤੋਂ ਟੁੱਟੀ ਹੋਈ ਹੈ। ਤੇ ਮੈਂ ਅਕਸਰ ਇੱਥੇ ਫਿਰ ਇੱਕ ਦੁਨਿਆਵੀ ਜੀ ਉਦਾਹਰਨ ਦੇ ਦਿੰਦਾ। ਦੋ ਤਰ੍ਹਾਂ ਦੇ ਸਾਡੇ ਸਮਾਜ ਵਿੱਚ ਬੱਚੇ ਮਿਲਦੇ ਨੇ। ਇੱਕ ਬੱਚੇ ਉਹ ਨੇ ਜਿਹੜੇ ਆਪ ਮਿਹਨਤ ਕਰਕੇ ਆਪਣੇ ਪੈਰਾਂ ਤੇ ਸਟੈਂਡ ਹੁੰਦੇ ਨੇ। ਇੱਕ ਬੱਚੇ ਉਹ ਨੇ ਜਿਨ੍ਹਾਂ ਦੇ ਮਾਂ-ਬਾਪ ਨੇ ਮਿਹਨਤ ਕੀਤੀ ਹੈ। ਉਹ ਬੱਚੇ ਮਾਂ-ਬਾਪ ਦੇ ਪੈਸੇ ਦੇ ਉੱਤੇ ਆਰਾਮ ਐਸ਼ੋ ਆਰਾਮ ਕਰਦੇ ਨੇ। ਯਾਦ ਰੱਖਿਓ, ਜਿਸ ਵੇਲੇ ਜਿਹੜਾ ਬੱਚਾ ਐਸ਼ੋ ਆਰਾਮ ਬਾਪ ਦੇ ਪੈਸੇ ਤੇ ਕਰਦਾ ਹੈ ਨਾ, ਜਦੋਂ ਉਹਦੇ ਸਿਰ ਤੇ ਪੈਂਦੀ ਹੈ ਨਾ, ਤੇ ਫਿਰ ਉਹ ਬੱਚਾ ਜ਼ਰੂਰ ਯਾਦ ਕਰਦਾ ਕਿ ਮੇਰੇ ਬਾਪ ਦੇ ਹੁੰਦਿਆਂ ਮੈਨੂੰ ਕਦੀ ਪਰਵਾਹ ਨਹੀਂ ਸੀ, ਉਹਨੂੰ ਬਾਪ ਦੀ ਗੱਲ ਨਹੀਂ ਜੇ ਭੁੱਲਦੀ। ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਬਾਪ ਉਹਨੂੰ ਮਾਂ ਚੇਤੇ ਰਹਿੰਦੀ ਹੈ। ਕਿਉਂ? ਕਿਉਂਕਿ ਉਹਦੇ ਪਰ ਉਪਕਾਰ ਨੇ। ਜਦੋਂ ਤੁਸੀਂ ਪਰਮਾਤਮਾ ਦੇ ਪਰ ਉਪਕਾਰ, ਪਰਮਾਤਮਾ ਦੀਆਂ ਦਾਤਾਂ ਗਿਣ ਲੱਗ ਪਏ, ਫਿਰ ਤੁਹਾਨੂੰ ਪਰਮਾਤਮਾ ਨਹੀਂ ਕਦੀ ਭੁੱਲੇਗਾ। ਇੱਕ ਦੁਨਿਆਵੀ ਉਦਾਹਰਨ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ। ਇੱਕ ਦੁਨਿਆਵੀ ਬਾਪ ਧੀ ਦੇ ਲਈ, ਪੁੱਤ ਦੇ ਲਈ ਅਨੇਕਾਂ ਹੀ ਮਿਹਨਤਾਂ ਮਾਰਦਾ ਹੈ। ਮਾਂ ਬਾਪ ਦੇ ਬਾਅਦ ਜਦੋਂ ਆਪਣੇ ਸਿਰ ਤੇ ਧੀ ਜਾਂ ਪੁੱਤ ਤੇ ਪੈਂਦੀ ਹੈ, ਉਹਨੂੰ ਮਾਂ ਬਾਪ ਦੇ ਕੀਤੇ ਹੋਏ ਅਹਿਸਾਨ ਸਾਰੀ ਉਮਰ ਨਹੀਂ ਭੁੱਲਦੇ, ਜਿਹੜਾ ਪ੍ਰਮਾਤਮਾ ਸਾਨੂੰ ਹਰ ਵੇਲੇ ਦਾਤਾਂ ਦੇ ਰਿਹਾ ਹੈ। ਯਾਦ ਰੱਖਿਓ, ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਉਸ ਪ੍ਰਮਾਤਮਾ ਨੂੰ ਭਲੋ ਦੱਸਾਂ ਕਿਵੇਂ ਭੁੱਲ ਜਾਵਾਂ। ਤੇ ਇਸ ਬਾਪ ਕਹੋ ਕਿਉਂ ਮਨੋ ਵਿਸਾਰੀ। ਕਹਿੰਦੇ ਮੈਂ ਆਪਣੇ ਬਾਪ ਨੂੰ ਕਿਉਂ ਭੁੱਲਾਂ।
तो मैं एक सौखा जिहा नुकता साझा कर देवां, तुसीं परमात्मा नूं चेते करना, उहदीआं दातां नूं चेते कर लो, उहदीआं दातां नूं वेख के तुहानूं परमात्मा दी याद आउंदी रहेगी। जे तुहानूं घर दिता है तो परमात्मा का शुक्र करो कि परमात्मा मैं इस लैक नहीं सा तू दिता। जो घर नूं वेख के शुक्र करोगे परमात्मा की याद आएगी। उन्हें धियां पुत्र दिते ने, धन दौलत संपत्ति दिती है, उन्हें पदवियां दित्तियां ने, उन्हें रहमतां दित्तियां ने। इन्हां चीज़ां नूं तुसीं याद करोगे तुहानूं परमात्मा की याद आएगी। सतगुरु जी इत्थे भगत कबीर साहब कह लगे, तिस बाप कहो क्यों मनो विसारी। मैं क्यों अपने बाप नूं मन चों भुल्लां, क्यों आगे गया ना बाजी हारी। कहते जे मैं परमात्मा नूं मन चों नहीं ना भुलिया तो बाप ने भी मेरा जिहड़ा सी वो हथ नहीं छड्डिया, अपने चरनां तो दूर नहीं कीता। जदों मैं इस संसार तो अगाह नूं जाना हाँ, भाव जदों मैं मात लोक तो जिहड़ा परलोक गमन करदा हाँ, कह लगे मैं जन्म की बाजी नहीं हारांगा, बाप दे सिर ते ये बाजियां जितदा जावांगा। ये हरेक जिहड़ा अखाड़ा है वो मैं प्यो के सिर ते मल्लां मारदा जावांगा। बहुत सारे साडे जिंदगी दे विच इहो जिहे फील्ड हुंदे ने जिन्हां फील्डां दे विच मल्लां मारन वास्ते साडे माँ बाप का बड़ा तगड़ा अहम रोल हुंदा है। एक बच्चा पढ़दा है, एक बच्चा किसी भी फील्ड च कामयाब हुंदा, उहदे मगर माँ है, उहदे मगर बाप काम करदा है। ये चलो कल गुरु हरकृष्ण साहब जी का प्रकाश दिहाड़ा आपां उदों चीज़ां कुछ वेखांगे, पर एक गल याद रखियो, बच्चा पढ़ के कह देवे ना कल्ला कि मैं पढ़ाई की ते डिग्रियां हासिल कीतियां, मैं पढ़ाई की ते मैं अज उच्च अहुदे तक पहुँच गया, ये बड़ा तगड़ा भुलेखा है। याद रखी तेरी माँ अद्धी अद्धी रात तक जाग के तेनों चावां ना बना बना के देंदी, तू कभी बह के पढ़ ना सकदा। बाप तेरी ट्यूशन दी फीसां ना तारदा, अज उच्च अहुदे तक ना तू पहुँच सकदा। ये माँ बाप दियां मगर मेहनतां ने ਜਿਹੜੀਆਂ ਮਿਹਨਤਾਂ ਬੱਚੇ ਨੂੰ ਸਟੈਂਡ ਕਰ ਦਿੰਦੀਆਂ ਨੇ। ਇੱਥੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਜਦੋਂ ਮੇਰੇ ਬਾਪ ਨੇ ਮਗਰ ਮਿਹਨਤ ਕੀਤੀ ਉਹਨੇ ਮੈਨੂੰ ਹੌਸਲਾ ਦਿੱਤਾ। ਹੁਣ ਮੈਂ ਇੱਥੋਂ ਪਰਲੋਕ ਨੂੰ ਗਿਆ ਹਾਂ, ਅੱਗੇ ਗਿਆ, ਜਦੋਂ ਮੈਂ ਇੱਥੋਂ ਅੱਗੇ ਜਾਵਾਂਗਾ ਨਾ ਬਾਜੀ ਹਾਰੀ, ਹੁਣ ਮੈਂ ਫੇਲ ਨਹੀਂ ਹੋਣਾ, ਹਾਰਾਂਗਾ ਨਹੀਂ। ਕਿਉਂ? ਕਿਉਂਕਿ ਮੇਰੇ ਮਗਰ ਮੇਰੇ ਮਾਂ ਬਾਪ ਦੀ ਮਿਹਨਤ ਕੰਮ ਕਰਦੀ ਹੈ। ਤੇ ਸਾਡੇ ਕੁਝ ਬੱਚੇ ਇੱਥੋਂ ਵਿਦੇਸ਼ਾਂ 'ਚ ਗਏ ਨੇ, ਜਦੋਂ ਬੱਚੇ ਵਿਦੇਸ਼ਾਂ 'ਚ ਜਾਂਦੇ ਨੇ ਨਾ तो सानू पता तुरन लगी धी नूं तुरन लगे पुत नूं एक गल कही जाती है, पुत उत्थे कमा के तेनों आप पैसे लाने पैने ने। असीं कहने स्टडी बेस ते बच्चे साडे जांदे ने, पर फिर भी माँ बाप एक गल तुरन लगे तो कंन च पा दिंदा, जे टेंशन ना लवीं, जे लोड़ पवेगी फोन ते पैसे की तो फोन कर दी असीं पहुँचा देवांगे। भावें डॉलरां दा पाउंडां दा साडे नाल उन्हां दा मुकाबला कोई नहीं, एक एक दे 50-50 80-80 बनदे पए ने, पर फिर भी माँ बाप कहता मैं मगर बैठा होया है। याद रखियो इहो गल गुरु नानक साहब जी कहते हैं, कहन लगे सज्जन सेई नाल मैं चलद्या नाल चलाना, जिथे लेखा मंगी है तिथे खड़े दे सन। माँ बाप वो है जिहड़ा सिविया तक जांदे होए धी पुत दे मगर खलोता होया है, परमात्मा वो है जिहड़ा पर सिविया तो गांह भी तुहाडे नाल खलोता होया है। इत्थे भगत कबीर साहब जी कह रहे हैं, कहन लगे आगे गया ना बाजी हारी। जो मैं इत्थों गांह जावांगा ना, जिवें बाप दा माँ दा हौसला होवे, उदों मनुखा जन्म जिहड़ा मनुखा जन्म दे विच कोई मुश्किल नहीं आउंदी, ते जदों ये परलोक नूं गमन करदा है वो मनुखा जन्म दी फिर बाजी हार के नहीं जांदा, क्योंकि उहदे मगर परमात्मा खलोता होया है। मुई मेरी माई हाँ खरा सुखाला। भावें मैं माँ बाप का जिक्र कर रहा, उहदा एक कारण है क्योंकि माँ बाप नूं गुरमत ने बिल्कुल बराबर का अधिकार दिता, बराबर का दर्जा दिता है। पर इत्थे जिहड़े माँ दे अर्थ दुनिया जिहड़े ने भाव अर्थ ने वो माया कीती है। भगत कबीर साहब कहते खैड़ा छुट्टिया मेरी माँ तो, मर गई मेरी माँ तो बड़ा चंगा होया। भाव अर्थ करांगे ये माया तो खैड़ा छुट्टिया, ये माया ने इन्ना क मोया होया सी मैनूं परमात्मा दे नाल नहीं सी जुड़न दिंदी हुंदी। याद रखियो जिन्ना चिर मनुख मायाधारी होवेगा ना, अमृतबाजी दे दो क फैसले ने। कहन लगे मायाधारी जिहड़ा माया दे नाल प्यार पा के बैठा होया है, माया दे अर्थ मैं कर देवां वो हस्ती वो पदार्थ है जिन्हों वेख के तुहानूं रब भुलदा है, वो माया है जी। हुण गुरु ग्रंथ साहब कहंदे ने, कह लगे माया जिहड़ी है इस संसार में लुटदी पई है। एक बच्चे ने असीवे पढ़ते हैं, माया होई नागनी जगत रही लपटाए। ये एक नागनी दे वांग संसार में लुटदी है। जिहड़ा माया दा पुजारी है ना, वो कदी रब दे नाल नहीं जुड़ सकदा। इनू अमृत बचन इवें भी असी बाणी च पढ़ते हैं कि मायाधारी अत अन्ना बोला शब्द न सुनी बहरोल कचोला। जिसकी सुरत मायाधारी है वह परमात्मा का शब्द नहीं जे सुन सकता, उसकी बिरती परमात्मा के चरणों च नहीं लग सकती। अज भगत कबीर साहब कहते कहते चंगा होया इहो जी माया जी मेरे तो मर गई, भाव जिन्हें मेरा खैड़ा छड्डिया मेरा जीवन सौखा हो गया। हुण मैनूं माया की परवाह नहीं, क्योंकि मैं हुण माया का चिंतन करदा हाँ। माया नूं छड्ड के मैं परमात्मा नूं पूजदा हाँ, मां नूं छड्ड के बाप नूं पूजदा हाँ। मोई मेरी माई
चंगा होया मेरी माँ मर गई, हाँ खरा सुखाला, जिद्दन दी माँ मरी उदन दा मैं सौखा हो गया, जिद्दन दी माया ने खैड़ा छड्डिया उदन दा जीवन सौखा हो गया। पहरों नहीं दगली। हुण कहिंदे मैं वो कंबल जां वो कोट वो जिहड़ी है लोई मोटी कपड़ा नहीं तन ते पहनदा जिहदे नाल ठंड लगदी है, लग्या ना पाला ते ना ही मैनू पाला लगदा है, ना मैनू कक्कर लगदा, ना कांबा छिड़दा है। भाव अर्थ करांगे जो माया तो खैड़ा छुट्टिया परमात्मा च अभेद हो गया, मैनू हुण सरीरक जामे की लोड़ कोई नहीं रही। सरीरक जामा सानू उदों चाहिए ना जो असीं परमात्मा दे नाल मिलना है। जो मनुख परमात्मा दे विच जीव आत्मा अभेद हो जाता है ना, वो उदों सरीरक जामे की कोई महत्ता नहीं है, सरीरक जामा इत्थे रह जाता है। कहंदे हुण मैनू अज तो बाद सरीरक जामे की लोड़ नहीं, पैरों नहीं दगली लग्या ना पाला। जे शरीर की लोड़ नहीं, शरीर दे विच तुसीं चंगे कर्म करोगे, शरीर च माड़े कर्म करोगे, माड़े कर्मां दे नाल जम दंड लगेगा, जमा दे वस पाओगे। जो शरीर ही नहीं रहा तो फिर जमा दे वस कादा। जे माया ने खैड़ा छड्ड दिता फिर परमात्मा जी अभेद हो गए, फिर उत्थे जम किहड़े जी, दूत किहड़े, डर कादा ते उत्थे फिर शरीर कादा, उत्थे कोई भी चीज़ नहीं रह जाती। रहाओ अगे कह लगे बल तिस बापै जिन हाओ जाया। जाया का अर्थ हुंदा पैदा करना, बल का अर्थ है बलिहार जाना सदके। कहते मैं अपने बाप तो सदके जाना, अपने बाप तो बलिहार उहदे तो कुर्बान जाना जिन्हें मैनू पैदा किया, मैनू जन्म दिता है। भाव ज्ञान रूपी जदों का मेरा जन्म होया है ना, उदों का मैं परमात्मा के चरणों के विच अभेद होया, तो मैं बलिहार उस तो कुर्बान जाना हाँ अपने दाते तो जिन्हें मैनू ये ज्ञान की सोझी बख्शी हुई है। बल तिस बापै जिन हाओ जाया, जदों का ज्ञान आया है, जन्म होया ज्ञान के विच, कह लगे पंचां ते मेरा संग चुकाया। संग का अर्थ होंदा मिलाप। भाव अर्थ करांगे खैड़ा। कहंदे इन्हां पंज विकारां तो जदों दा रूहानीयत ज्ञान आ गया ना, पंजां विकारां तो उदन दा मेरा खैड़ा छुट गया। माया तो खैड़ा छुट्टिया ही छुट्टिया। माया दे नाल नाल जिहड़े काम क्रोध लोभ मोह हंकार मैनू टिकन नहीं सी ना देंदे, उन्हां तो भी मेरा खैड़ा छुट गया। पंच मार कहंदे हुण ये पंज विकारां नूं मैं मार के ना पावा तल दीने। पावा दा अर्थ करांगे, ये हिंदी दा शब्द है पैर, तल का अर्थ है ऐ मल देना, तली थले रख के। कहते मैं पंज विकारां नूं मल के पैरां थले फड़ के लताड़ के रख दिता। हर सिमरन मेरा मन तन भीने। अगे मेरे मन दे विच विकार रहिंदे सन ते तन मेरा विकारां दे वल खचित रहिंदा सी। इनू फिर ध्यान नाल समझियो, जिधर नूं मन होवेगा उधर ओहो जी हरकत तन करेगा। मन दे विच मान लो क्रोध चलदा पिया है, तुहाडे मन दे विच किसे प्रति गुस्सा है, वो मनुख तुहाडे सामने आ जाता है। गुस्सा मन दे विच पिया है, अखां तुहाडियां लाल हो जांदियां ने, खून का दौरा तेज हो जाता। क्यों? क्योंकि अंदर जिहड़ा सी क्रोध पैदा हो गया। मन के उत्ते काबू कीते हुए क्रोध ने तन के उत्ते भी प्रभाव पाउणा शुरू कर दिता। तुहाडे मन च हंकार है किसी पदवी नूं, किसी चीज़ नूं लैके, तो तुहाडे तो आप तो कोई छोटा आ जाता है। हुण उहदे ते हंकार विखाउण वास्ते फिर मनुख का सीना चौड़ा हो जाता है, धौन उच्ची कर करके तुरदा है, क्योंकि हंकार ने मन ते काबू किया, वो मन ने तन ते प्रभाव पा दिता। हुण इत्थे भगत कबीर साहब जी कह रहे हैं हर सिमरन, कहते जदों दा मेरा मन, जदों दी मेरी मत परमात्मा दे नाल जुड़ी है, मैं माया का खैड़ा छड्डिया ना, उदों दा परमात्मा दे सिमरन दे विच जुड़िया है। हर सिमरन मेरा मन तन भीने। मेरा मन भी हुण सिमरन दे नाल भिजिया ते तन भी सिमरन दे नाल भिजिया। एक गल याद रखियो, जिद्दां दे मन नूं पासे ला लोगे ना, तन ने अपने आप ही उस पासे लग जाना है। जे मन दे विच क्रोध है, अखां लाल होणगियां। मन दे विच मोह है, अखां जिहड़ियां प्यार प्रगट करनगियां। जे मन दे विच परमात्मा दा नाम है तो तन जिहड़ा भगती वाले पासे अपने आप लग जाएगा। कहंदे हर सिमरन मेरा मन तन भीने। हुण हर वेले मेरा मन तन सिमरन दे विच टिकिया रहिंदा। पिता हमारो वड गो साईं, ये दो शब्दों का सुमेल है जी। गो कहते हैं धरती नूं, साईं दा अर्थ हुंदा मालक खसम। भाव अर्थ करांगे धरती का मालक। कहते जिन्हों मैं बाप बनाया है ना, वो दुनियावी नहीं, वो एक सरीरक जामे च आउण वाला बाप नहीं। जिवें मैं कल भी एक पिता जी की जिक्र किया, कई इहो ਜਿਹੇ लोगों के पिता जी ने जिहड़े गुफावां च रहिंदे ने, गुफावां तो बाद जेलों च चले जाते हैं। कहते मेरे पिता इदां दा नहीं, मेरा पिता गुफा का मालक नहीं, मेरा पिता कुछ लोगों का मालक नहीं, मेरा पिता धरती का समुचे खंडा ब्रह्मंडा का मालक है। पिता हमारो वड गो साईं, कहते मेरा परमात्मा अकाल पुरख वाहिगुरू जिन्हों मैं पिता बनाया है, वो सारा तो सारियां तो वड्डा सर्ब कला समर्थ ते सृष्टि का मालक है। तिस पिता पह हाँ क्यों कर जाई। क्यों का अर्थ है किवें। हुण किसी ने मन च सवाल भी पैदा हो सकता है कि ये पिता तक मिलिया किवें जावे।
जे सृष्टि का मालक परमात्मा पिता है उन्होंने मिलिया किवें जावे। भगत कबीर साहब ने आप ही सवाल पैदा करके आप ही जवाब दिता। कहते मैनू पुछो, जे कोई पूछे कि हाँ मैं तिस पिता पह क्यों कर जाई, मैं इहो जे परमात्मा दे नाल किवें मिलिया हाँ, कहते उहदा मैं तुहानूं जवाब भी आप दे देना। कहणगे सतगुर मिले तां मार्ग दिखाया। कहते असल च सृष्टि के मालक प्रभु पिता दे नाल तुसीं मिलना है ना, उस तो पहलां तुहानूं गुरु दा लड़ पकड़ना बड़ा जरूरी है। कहते सतगुर मिले, कहते जिस जीव नूं गुरु मिल पैंदा है तां मार्ग दिखाया। मार्ग का अर्थ हुंदा रस्ता। कहते जिन्हों गुरु मिल पैंदा, गुरु फिर रूहानीयत का मार्ग विखाउंदा है। जो मार्ग विखाया जाता है, जिहड़ा उस मार्ग ते चलदा है, कहते जगत पिता मेरा मन भाया। कहते फिर मैनूं वो परमात्मा दे दीदार हुंदे ने ते मैनूं वो परमात्मा मन च भाया दा अर्थ है प्यारा, वो चंगा लगदा है। चंगा लगन दे नाल मैं परमात्मा नूं प्राप्त कर लैंदा। इहनूं मैं फिर दोहरा देवां, परमात्मा तक मिलन का रस्ता गुरु के चरणों चों निकलदा। जो गुरु सिख के उत्ते जग्यासू ते कृपा करता है ना, गुरु के द्वारा दिता होया नाम जो सिख जग्यासू जपदा है, वो परिपूर्ण परमात्मा तक मिल जाता है। जिन्होंने भगत कबीर साहब कहन लगे पिता हमारो वड गोसाई, मेरा पिता सारी सृष्टि का मालक है, तिस पिता पै हाँ क्यों कर जाई। जे कोई पूछे कि मैं उस पिता नूं किवें मिलिया, कहते सतगुर मिलिया तां मार्ग दिखाया। गुरु नूं मिलन ते मैनूं रूहानीयत का मार्ग मिलिया। जो उस मार्ग ते चलिया, कहते जगत पिता मेरा मन भाया, वो जगत का पिता मेरे मन नूं प्यारा लगा। अखीर ते कह लगे हाँ पूत तेरा, ये परमात्मा दे नाल गल हो रही है। पूत का अर्थ है पुत्र। कह लगे हे प्रभु मैं तेरा पुत्र हाँ, हाँ पूत तेरा तू बाप मेरा। कहते तू मेरा प्यो है तो मैं तेरा पुत्र है। तीसरा विच असीं किसी नूं पाउणा कोई नहीं। फिर इनू उदाहरण मैं दुनियावी देवां। जो घर दे विचों असीं कोई चीज़ मंगदे आ ना, मान लो बच्चा है, इनू आउण जाण वास्ते मोबाइल मोटरसाइकिल चाहिए, कार चाहिए, मोबाइल चाहिए। तुसीं गवांढी नूं तां नहीं ना कहंदे मेरे प्यो नूं सुना दे दिओ भी मैनूं मोटरसाइकिल लै दे। दो गल्लां ने, जां मां नूं कहा जांदा जां बाप। कईयां दा बाप दे नाल प्यार हुंदा, कईयां दा मां दे नाल हुंदा है। बच्चा सीधा मां बाप नूं कहंदा मैनूं आह चीज़ चाहिए है, तो जे मां बाप टाल भी देवे फिर बच्चों का सानूं पता है असीं की कुछ करदे आ, जिद करके लै लैंदे आ। जिद बच्चा तां करदा, उन्होंने पता कि ये प्यो है इन्हें देना है, बाप तां लै दिंदा कि मैं बाप है, इदा इन्हें आखे लगना नहीं ढीठ हैगा, इनू देना मैनू ही पैना है। समझ गए ना माँ बाप का रिश्ता। इस तरीके दे नाल भगत कबीर साहब कहते मैं तेरा पुत हाँ, हाँ पूत तेरा, तू बाप मेरा, मैं तेरा पुत्र है, तू मेरा प्यो है, मैं तेरे कोलों ही मंगना है, तेरे तो बिना मैं होर किसी कोलों नहीं मंगांगा। एक है ठाहर, ठाहर का अर्थ टिकाना। कहते ये साडा दोवां दा इक्को ही टिकाना है। हुण जिथे प्यो रहिंदा पुत भी तो उत्थे रहिंदा है ना। कई बारी इदां हुंदा कि प्यो की गोदी दे विच पुत बैठा हुंदा है, जिथे परमात्मा रवेगा उत्थे परमात्मा दे भगत रहिंदे ने। कहण लगे एक है ठाहर दोहां बसेरा, कह लगे साडे दोहां दा बसेरा का अर्थ है टिकाना। कहते साडे दोवां दा टिकाना इक्को ही है, भाव मेरे हिरदे दे विच ही परमात्मा का नाम आण के टिक गया। कहो कबीर जन एको बूझिया। कहते भगत कबीर साहब जिस जन ने, जिस सेवक ने एक परमात्मा नूं बुझ लिया, उहदे सिद्धांत नूं समझ लिया, कह लगे गुर प्रसाद मैं सब कुछ सूझिया। कहते फिर गुरु की कृपा दे नाल परमात्मा के घर के बारे सारी जानकारी मिल गई, सारा कुछ परमात्मा के चरणों के नाल जुड़न दे नाल मैनूं सोझी आ गई। जदों सोझी आई तो भगत कबीर साहब कहते मैं परमात्मा के चरणों के विच अभेद हो गया। अभेदता ही साडी बंद खलासी कराउंदी है, अभेदता ही साडे आउण जाण दा चक्कर मुकाउंदी है, अभेदता ही परमात्मा के नाल एक मिकता कराउंदी है। मैं एक उदाहरण दे के समाप्ति करा। आप तो जाए चढ़े सिंघासन मिले हैं सारंग पानी, राम कबीरा एक पै है कोई ना सकै पछानी। जिस दिन आ शरीर परमात्मा दे विच, ये आत्मा परमात्मा दे विच मिल गई, फिर ये जिहड़ा पंज भूतक शरीर है इन्हें इत्थे रह जाना है। जो शरीर इत्थे रह गया फिर जमा का कोई डर नहीं, धर्म राज का कोई डर नहीं। जिथों विचार आरंभ कीती सी कि बड़ा चंगा होया मुई मेरी माई हाँ खरा सुखाला, पहरों नहीं दगली लगे ना पाला। ना मैनू शरीर की लोड़ है, ना मैनू जमा का डर। क्यों? क्योंकि हुण कबीर जिहड़ा है परमात्मा दे विच अभेद हो चुका है। सो इन्नियां बेनतियां प्रवान होईयां, भुलां गलतियां दी खिमा। तो एक बेनती है जी, कल गुरु हरकृष्ण साहब महाराज जी का प्रकाश दिहाड़ा है, जिस दे संबंध दे विच गुरुद्वारा साहब विखे कल शाम नूं जिहड़े दीवान सज्जणगे, थोड़ा जिहा समय दे विच चेंज कीता है। कल जिहड़ा 6:35 ते रह रास आरंभ होवेगी। 7 बजे तो लैके ते पौने 8 बजे तक, 7:45 तक कीर्तन होवेगा। पौने 7 तो पौने 8 तो लैके 8:30 बजे तक पौना घंटा ये कथा विचार होवेगी।
ਇਹ ਜਿੱਥੇ ਆਪਾਂ 8 ਸਵਾ 8 ਸਮਾਪਤੀ ਕਰਦੇ ਹਾਂ ਉੱਥੇ ਕੱਲ 8:30 ਸਮਾਪਤੀ ਹੋਵੇਗੀ। ਉਪਰੰਤ ਗੁਰੂ ਕੇ ਲੰਗਰ ਨੇ ਆਪ ਸਰਬੱਤ ਸੰਗਤ ਨੇ ਹਾਜ਼ਰੀਆਂ ਭਰਨੀਆਂ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਰਹਿਮਤਾਂ ਆਪਾਂ ਕੱਲ ਨੂੰ ਮਾਨਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਹਉ ਪੂਤ ਤੇਰਾ ਤੂੰ ਬਾਪ ਮੇਰਾ, ਏਕੈ ਠਾਹਰ ਦੁਹਾਂ ਬਸੇਰਾ। ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।